Hello everyone, welcome to Victor's Knowledge. This is Chinu Sharma, and today we are going to take up another important lecture on defense and military related MCQs। ਤੇ ਜਿਹੜੇ MCQs ਨੇ ਇਹ ਸਾਰੇ ਪੰਜਾਬ ਸਟੇਟ ਤੇ ਸੈਂਟਰਲ ਲੈਵਲ ਐਗਜ਼ਾਮਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਨੇ ਸਟੈਟਿਕ ਜੀਕੇ ਦਾ। ਤੇ ਇਹਦੇ ਅੰਦਰ ਆਪਾਂ ਕੁਝ ਇੰਪੋਰਟੈਂਟ ਮਿਲਟਰੀ ਐਕਸਰਸਾਈਜ਼ਸ ਜਿਹੜੇ ਕਰੰਟ ਬੇਸਡ ਨੇ ਉਹ ਵੀ ਡਿਸਕਸ ਕਰਾਂਗੇ। ਸੋ ਫਰਸਟ ਕੁਐਸਚਨ ਹੈ ਕਿਹੜੀ ਐਜੀ ਸੈਟੇਲਾਈਟ ਸੀ ਇੰਡੀਆ ਦੀ ਜਿਹਦਾ ਮੇਨ ਮਕਸਦ ਸੀ ਮੇਨ ਫੰਕਸ਼ਨ ਸੀ ਕਿ ਉਹ ਐਕਸ-ਰੇ ਐਕਸਪੈਰੀਮੈਂਟ ਕਰੇ ਜਿਹਦੇ ਨਾਲ ਕਿ ਜਿਹੜਾ ਡੇਟਾ ਹੈ ਉਹ ਅਰਥ ਤੱਕ ਪਹੁੰਚਾਇਆ ਜਾ ਸਕੇ। ਸੋ ਏ ਸੀ ਆਰਿਆਭੱਟ ਆਪਸ਼ਨ ਏ। ਬਾਰਕ ਰਿਸਰਚ ਸੈਂਟਰ ਕਿੱਥੇ ਹੈ? ਸੋ ਬਾਰਕ ਰਿਸਰਚ ਸੈਂਟਰ ਹੈ ਇਹ ਤਿੰਨੋਂ ਜਗ੍ਹਾ ਤੇ ਵੇਰੀਏਬਲ એનર્ਜੀ ਸਾਈਕਲੋਟ੍ਰੋਨ ਸੈਂਟਰ ਕੋਲਕਾਤਾ ਨਿਊਕਲੀਅਰ ਰਿਸਰਚ ਲੈਬ ਕਸ਼ਮੀਰ high altitude research lab Gulmarg. So the right answer here is all of the above option number D. So ਹੁਣ ਆਪਾਂ ਇੱਕ ਹੋਰ important ਚੀਜ਼ ਦੇਖ ਲੈਂਦੇ ਹਾਂ ਕਿ ਬਾਰਕ ਦੀ full form ਕੀ ਹੈ। So ਬਾਰਕ ਦੀ full form as it is ਬਹੁਤ important ਹੈ Bhabha Atomic Research Center. Next is ਇੰਡੀਆ ਦਾ ਪਹਿਲਾ ਨਿਊਕਲੀਅਰ ਰਿਐਕਟਰ ਕਿਹੜਾ ਸੀ? ਸੋ ਉਹਦਾ ਨਾਮ ਹੈ ਆਪਸ਼ਨ ਸੀ ਅਪਸਰਾ। ਨੈਕਸਟ ਇਜ਼ ਕਿਹੜਾ ਐਟੋਮਿਕ ਰਿਐਕਟਰ ਸੀ ਜਿਹਦਾ ਫਾਇਦਾ ਲਿਆ ਗਿਆ ਯੂਰੇਨੀਅਮ ਹੈਵੀ ਵਾਟਰ ਦੀ ਪੜ੍ਹਾਈ ਕਰਨ ਦੇ ਲਈ ਫॉर ਸਟੱਡੀ ਆਫ ਯੂਰੇਨੀਅਮ ਹੈਵੀ ਵਾਟਰ। ਸੋ ਇਹ ਐਟੋਮਿਕ ਰਿਐਕਟਰ ਸੀ ਆਪਸ਼ਨ ਬੀ ਜ਼ਰਲੀਨਾ। ਸੋ ਬੇਸਿਕਲੀ ਕਿਸੇ ਵੀ ਨਿਊਕਲੀਅਰ ਐਟੋਮਿਕ ਰਿਐਕਟਰ ਦੇ ਵਿੱਚ ਜਿਹੜਾ ਹੈਵੀ ਵਾਟਰ ਵਰਤਿਆ ਜਾਂਦਾ ਹੈ ਮੇਨਲੀ ਉਹਦੀ यूज किया जाता है एज कूलेंट एज वेल एज मॉडरेटर। सो हैवी वाटर ਦੇ ਵਿੱਚ ਜਿਹੜੀ ਆਪਣੀ ਨਾਰਮਲ ਹਾਈਡਰੋਜਨ ਹੁੰਦੀ ਹੈ ਉਹਦੀ ਬਜਾਏ ਇੱਕ ਹੋਰ ਆਈਸੋਟੋਪ ਫਾਰਮ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਡਿਊਟੇਰੀਅਮ। ਕੰਟਰੀਜ਼ ਫਰਸਟ ਇੰਡੀਜੀਨੀਅਸਲੀ ਬਿਲਟ ਮਿਸਾਈਲ ਬੋਟ। ਸੋ ਇੰਡੀਜੀਨੀਅਸਲੀ ਹੁੰਦਾ ਕਿ ਆਪਣੀ ਖੁਦ ਦੀ ਡੋਮੈਸਟਿਕਲੀ ਬਿਲਡ ਸੀਗੀ। ਸੋ ਇਹ ਮਿਸਾਈਲ ਬੋਟ ਸੀ ਆਪਸ਼ਨ ਏ ਆਈਐਨਐਸ ਵਿਭੂਤੀ। बैटल टैंक that have been modernized। सो ਇਹਨਾਂ ਦੇ ਵਿੱਚੋਂ ਕਿਹੜਾ ਬੈਟਲ ਟੈਂਕ ਹੈ ਜਿਹਨੂੰ ਮਾਡਰਨਾਈਜ਼ ਕੀਤਾ ਗਿਆ ਉਹਦੀ ਜੋ ਵੀ ਟੈਕਨੋਲੋਜੀ ਸੀ ਇਨਫਰਾਸਟ੍ਰਕਚਰ ਸੀ ਉਹਨੂੰ ਅੱਜ ਦੇ ਜ਼ਮਾਨੇ ਨਾਲ ਲੜਨ ਦੇ ਲਈ ਚੇਂਜ ਕੀਤਾ ਗਿਆ ਉਹਦੇ ਵਿੱਚ ਟੈਕਨੋਲੋਜੀਕਲੀ ਐਡਵਾਂਸਮੈਂਟ ਲਿਆਂਦੀਆਂ ਗਈਆਂ। ਸੋ ਉਹ ਹੈ ਵਿਜਯੰਤ ਆਪਸ਼ਨ ਏ। Next question is SLV3 project provided India with the expertise to launch a larger vehicle। So ਇਹਦਾ ਨਾਮ ਕੀ ਹੈ vehicle ਦਾ? ASLV option B। Next is important missile। So ਆਕਾਸ਼ ਮਿਸਾਈਲ ਨਾਲ ਵੈਸੇ ਵੀ ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲੇ ਨੇ। ਇਹਦੀ ਰੇਂਜ ਕਿੰਨੀ ਹੈ? ਸੋ ਇਹਦੀ ਜਿਹੜੀ ਬੇਸਿਕ ਆਪਰੇਸ਼ਨਲ ਰੇਂਜ ਹੈ ਉਹ ਹੈ 25 ਕਿਲੋਮੀਟਰ ਕਈ ਵਾਰੀ 30 ਕਿਲੋਮੀਟਰ ਵੀ ਹੁੰਦੀ ਹੈ। ਸੋ ਇਹਦੀ ਐਵਰੇਜ ਬੇਸਿਕ ਰੇਂਜ ਹੈ। ਆਕਾਸ਼ ਮਿਸਾਈਲ ਕਿਸ ਤਰ੍ਹਾਂ ਦੀ ਮਿਸਾਈਲ ਹੈ? ਇਹ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਨੂੰ ਮਿਲਿਆ। ਸੋ ਇਹ ਹੈ ਸਰਫੇਸ ਟੂ 에ਅਰ ਮਿਸਾਈਲ। ਸੋ 에ਅਰ ਟੂ 에ਅਰ ਸਰਫੇਸ ਟੂ ਸਰਫੇਸ। ਸੋ ਜਿਹੜੀਆਂ ਅਲੱਗ-ਅਲੱਗ ਕੈਟਾਗਰੀਜ਼ ਨੇ ਇਹ ਤੁਸੀਂ ਸਟੈਟਿਕ ਜੀਕੇ ਦੇ ਅੰਦਰ 100% ਤਿਆਰ ਕਰਕੇ ਜਾਣੀ ਹੈ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਆਕਾਸ਼ ਮਿਸਾਈਲ ਨੂੰ ਤਿਆਰ ਕਿਹਨੇ ਕੀਤਾ ਹੈ? ਸੋ ਇਹਨੂੰ ਤਿਆਰ ਕੀਤਾ ਹੈ DRDO ਨੇ। DRDO ਕੀ ਹੈ? ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਤੇ ਇਹਨੂੰ ਪ੍ਰੋਡਿਊਸ ਕਿਹਨੇ ਕੀਤਾ ਸੀ? ਸੋ ਇਹਨੂੰ ਪ੍ਰੋਡਿਊਸ ਕੀਤਾ ਸੀ ਭਾਰਤ ਡਾਇਨਾਮਿਕਸ ਲਿਮਿਟਿਡ। ਸੋ ਇਹ ਨਾਮ ਵੀ ਤੁਸੀਂ ਯਾਦ ਰੱਖਣੇ ਆ ਕਿਉਂਕਿ ਆਕਾਸ਼ ਮਿਸਾਈਲ is one of the most important questions under static GK। Next is missile prithvi। ਮਿਸਾਈਲ ਪ੍ਰਿਥਵੀ ਦਾ ਮੇਨ ਏਮ ਕੀ ਹੈ? ਸੋ ਇਹਦਾ ਏਮ ਹੈ ਕਿ ਬਿਨਾਂ ਕਿਸੇ 에ਅਰ ਫੋਰਸ ਦੀ ਮਦਦ ਦੇ ਨਾਲ ਜਿਹੜਾ ਟਾਰਗੇਟ ਹੈ ਇਹਨੂੰ ਹਿੱਟ ਕਰਨਾ। ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ। ਸੋ ਜਿਹੜੀ ਪ੍ਰਿਥਵੀ ਮਿਸਾਈਲ ਹੈ ਇਹ ਕਿਸ ਤਰ੍ਹਾਂ ਦੀ ਮਿਸਾਈਲ ਹੈ? ਇਹ ਵੀ ਬਹੁਤ ਇੰਪੋਰਟੈਂਟ ਐਗਜ਼ਾਮ ਦੇ ਲਈ। ਸੋ ਦਿਸ ਇਜ਼ ਸਰਫੇਸ ਟੂ ਸਰਫੇਸ ਬੈਲਿਸਟਿਕ ਮਿਸਾਈਲ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ ਇੱਕ ਸ਼ਾਰਟ ਰੇਂਜ ਦੀ ਹੈ ਤੇ ਇਹਨੂੰ ਵੀ ਡਿਵੈਲਪ ਕਿਹਨੇ ਕੀਤਾ ਹੈ? DRDO ਨੇ। ਤੇ ਜਿਹੜੀ ਪ੍ਰਿਥਵੀ 1 ਸੀ ਉਹ ਸਰਵਿਸ ਦੇ ਵਿੱਚ ਆਈ ਸੀ 1994 ਵਿੱਚ। ਨੈਕਸਟ ਇਜ਼ what was the code name of the operation to conduct nuclear test at Pokhran in May 1998। ਸੋ ਇਸ ਆਪਰੇਸ਼ਨ ਦਾ ਨਾਮ ਕੀ ਸੀ? ਇਹ ਸੀ ਆਪਰੇਸ਼ਨ ਬੁੱਧਾ। very important for exam।
उरी हाइड्रोइलेक्ट्रिक प्रोजेक्ट किथे है? सो ए है जम्मू एंड कश्मीर, ऑप्शन ए। Which launch vehicle is capable of placing around 1540 kg of INSET class of satellite in geosynchronous transfer orbit? So ਜਿਹੜਾ ਅਰਥ ਦਾ ਇਹ geosynchronous orbit ਹੈ ਜਿੱਥੇ ਸੈਟੇਲਾਈਟਸ ਪਹੁੰਚਾਈਆਂ ਜਾਂਦੀਆਂ ਨੇ, ਕਿਹੜਾ ਇਹਨਾਂ ਦੇ ਵਿੱਚੋਂ ਲਾਂਚਿੰਗ ਵਹੀਕਲ ਹੈ ਜਿਹਦੇ ਕੋਲ ਕੈਪੇਬਿਲਿਟੀ ਹੈ ਕਿ ਉਹ 1540 ਕਿਲੋਗ੍ਰਾਮ ਤੱਕ ਦੀਆਂ ਜਿਹੜੀਆਂ ਇਨਸੈਟ ਕਲਾਸ ਦੇ ਸੈਟੇਲਾਈਟਸ ਨੇ ਉਹਨਾਂ ਨੂੰ ਉੱਥੇ ਤੱਕ ਪਹੁੰਚਾ ਸਕਦਾ ਹੈ? So A launch vehicle है GSLV, very important. So GSLV ਇਹਦੀ full form exam ਦੇ ਲਈ ਬਹੁਤ important ਹੈ। So ਇਹਦੀ full form ਹੈ Geosynchronous Satellite Launch Vehicle। ਤੇ ਇੱਕ important ਚੀਜ਼ ਜਿਹੜੀ ਤੁਸੀਂ exam ਦੇ ਲਈ ਯਾਦ ਰੱਖਣੀ ਹੈ ਕਿ ਇਹਨੂੰ operate ਕੌਣ ਕਰਦਾ ਹੈ? So ਇਹਨੂੰ operate ਕਰਦੀ ਹੈ ISRO, Indian Space Research Organization। First launch of the missile Trishul। ਸੋ ਮਿਸਾਈਲ ਤ੍ਰਿਸ਼ੂਲ ਦੀ ਪਹਿਲੀ ਲਾਂਚ ਹੋਈ ਸੀ ਸਤੰਬਰ 1995 ਵਿੱਚ। ਸੋ ਇਹ ਇੱਕ ਸਰਫੇਸ ਟੂ 에ਅਰ ਮਿਸਾਈਲ ਹੈ, ਸੋ ਇਹ ਤੁਸੀਂ ਯਾਦ ਰੱਖਣਾ ਹੈ। ਤੇ ਜਿਹੜੀ ਦੀ ਆਪਰੇਸ਼ਨਲ ਰੇਂਜ ਹੈ ਉਹ ਵੀ ਥੋੜੀ ਹੈ, 9 ਕਿਲੋਮੀਟਰ ਤੱਕ ਦੀ। ਨੈਕਸਟ ਇਜ਼ ਵੈਨ ਡਿਡ ਇੰਡੀਆ ਐਂਟਰ ਇਨਟੂ ਸਪੇਸ ਏਜ ਬਾਈ ਲਾਂਚਿੰਗ ਦ ਸੈਟੇਲਾਈਟ ਆਰਿਆਬਟ। ਸੋ ਇੰਡੀਆ ਨੇ ਲਾਂਚ ਕੀਤੀ ਸੀ ਆਰਿਆਬਟ 1975 ਵਿੱਚ, ਆਪਸ਼ਨ ਸੀ। ਨੇਮ ਦ ਇੰਡੀਜੀਨੀਅਸਲੀ ਬਿਲਟ multi-barrel rocket launcher which was test fired in March 1999। So A है option B Pinaka, very important। ਜਿਹੜੀ ਦੀ ਰੇਂਜ ਹੈ ਉਹਦੇ ਅਲੱਗ-ਅਲੱਗ ਮਾਰਕਸ ਨੇ। ਜਿਹੜੀ ਪਿਨਾਕਾ ਮਾਰਕ 1 ਹੈ ਉਹਦੀ ਜਿਹੜੀ ਰੇਂਜ ਮੰਨੀ ਜਾਂਦੀ ਹੈ ਮੈਕਸਿਮਮ ਉਹ ਹੈ 40 ਕਿਲੋਮੀਟਰ ਤੱਕ ਦੀ, ਤੇ ਜਿਹੜੀ ਮਾਰਕ 2 ਹੈ ਉਹਦੀ ਮੰਨੀ ਜਾਂਦੀ ਹੈ 60 ਕਿਲੋਮੀਟਰ ਦੀ। ਸੋ ਜਿਹੜੀ 2 ਹੈ ਇਹ ਫਰਸਟ ਦਾ ਹੀ ਇਨਹਾਂਸਡ ਵਰਜ਼ਨ ਹੈ ਤੇ ਇਹਨੂੰ ਡਿਵੈਲਪ ਕੀਤਾ ਹੈ ਪਿਨਾਕਾ ਨੂੰ ਵੀ DRDO ਨੇ, ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਨੈਕਸਟ ਇਜ਼ ਹੈਵੀ ਵਾਟਰ ਪ੍ਰੋਜੈਕਟ ਥਾਲਚਰ ਐਂਡ ਫਰਟੀਲਾਈਜ਼ਰ ਪਲਾਂਟ ਪਾਰਾਦੀਪ ਆਰ ਫੇਮਸ ਇੰਡਸਟਰੀਜ਼ ਆਫ। ਸੋ ਇਹ ਦੋਨੋਂ ਕਿੱਥੋਂ ਦੀਆਂ ਫੇਮਸ ਇੰਡਸਟਰੀਜ਼ ਨੇ? ਇਹ ਨੇ ਓਡੀਸ਼ਾ ਦੀਆਂ, ਆਪਸ਼ਨ ਏ। ਨੈਕਸਟ ਇਜ਼ ਇੰਡੀਆ ਦਾ ਪਹਿਲਾ ਐਟੋਮਿਕ ਪਾਵਰ ਸਟੇਸ਼ਨ ਕਿੱਥੇ ਸੈਟਅਪ ਹੋਇਆ? ਇਹ ਵੀ ਬਹੁਤ ਵਾਰੀ ਐਗਜ਼ਾਮ ਵਿੱਚ ਰਿਪੀਟ ਹੁੰਦਾ ਕੁਐਸਚਨ। ਸੋ ਇਹ ਸੀ ਤਾਰਾਪੁਰ, ਮਹਾਰਾਸ਼ਟਰ। ਤੇ ਇੱਕ ਇੰਪੋਰਟੈਂਟ ਫੈਕਟ ਜਿਹੜਾ ਤੁਸੀਂ ਯਾਦ ਰੱਖਣਾ ਐਗਜ਼ਾਮ ਦੇ ਲਈ ਉਹ ਹੈ ਕਿ ਇਹਨੇ ਆਪਰੇਸ਼ਨ ਦੇ ਵਿੱਚ ਕਦੋਂ ਆਇਆ? when it began its operation। so Tarapur Atomic Power Station began its operation on 28th October 1969। next is biennial military training exercise Shakti 2021 is scheduled to be held between India and which country? So exercise Shakti ਜਿਹੜੀ ਸਾਲ 'ਚ 2 ਵਾਰੀ ਹੁੰਦੀ ਹੈ, ਇੱਕ ਮਿਲਟਰੀ ਟ੍ਰੇਨਿੰਗ ਐਕਸਰਸਾਈਜ਼ ਹੈ। ਇੰਡੀਆ ਦੇ ਨਾਲ ਦੂਜੀ ਕਿਹੜੀ ਕੰਟਰੀ ਇਹਦੇ ਵਿੱਚ ਪਾਰਟਿਸਿਪੇਟ ਕਰੂ? ਸੋ ਉਹ ਹੈ ਆਪਸ਼ਨ ਏ ਫਰਾਂਸ, ਵੈਰੀ ਇੰਪੋਰਟੈਂਟ। ਨੇਮ ਦ 4th Scorpion class submarine received by the Indian Navy। ਸੋ ਇੱਕ ਇੰਡੀਅਨ ਨੇਵੀ ਦਾ ਪ੍ਰੋਜੈਕਟ 75 ਹੈ ਜਿਹਦੇ ਅੰਦਰ ਰੀਸੈਂਟਲੀ ਇੰਡੀਅਨ ਨੇਵੀ ਨੂੰ ਚੌਥੀ ਸਕॉर्पियन ਕਲਾਸ ਦੀ ਸਬਮਰੀਨ ਰਿਸੀਵ ਹੋਈ ਹੈ। ਇਹਦਾ ਨਾਮ ਕੀ ਹੈ? ਸੋ ਇਹਦਾ ਨਾਮ ਹੈ INS ਵੇਲਾ। one of the most important question based on current affairs related to military। so ਇਹ ਤੁਸੀਂ ਯਾਦ ਰੱਖਣਾ ਐਗਜ਼ਾਮ ਦੇ ਲਈ। next is central government has appointed Vice Admiral R Hari Kumar as next chief of which defense force। so ਇਹ ਬਣਨਗੇ ਅਗਲੇ ਚੀਫ ਇੰਡੀਅਨ ਨੇਵੀ ਦੇ, ਆਪਸ਼ਨ ਏ। next come important current affair। ਸੋ ਬਲੂ ਫਲੈਗ 2021 ਇੰਟਰਨੈਸ਼ਨਲ ਐਕਸਰਸਾਈਜ਼ ਹੋਈ ਸੀ, ਕਾਫੀ ਜ਼ਿਆਦਾ ਨਿਊਜ਼ ਵਿੱਚ ਰਹੀ ਸੀ। ਇੰਡੀਅਨ 에ਅਰਫੋਰਸ ਦੇ ਵੱਲੋਂ ਕਿਹੜਾ ਸਕੁਐਡਰਨ ਸੀ ਜਿਹਨੇ ਪਾਰਟਿਸਿਪੇਟ ਕੀਤਾ? ਸੋ ਉਹ ਸੀ ਮਿਰੇਜ 2000, ਆਪਸ਼ਨ ਬੀ। ਨੈਕਸਟ ਇੰਡੀਅਨ ਨੇਵੀ ਦੀ ਸਟੈਲਥ ਫ੍ਰਿਗੇਟ ਹੈ ਜਿਹਨੂੰ ਲਾਂਚ ਕੀਤਾ ਹੈ ਐਟ ਯੰਤਰ ਸ਼ਿਪਯਾਰਡ। ਸੋ ਯੰਤਰ ਸ਼ਿਪਯਾਰਡ ਕਿੱਥੇ ਹੈ? ਰਸ਼ੀਆ, ਆਪਸ਼ਨ ਡੀ। Nuri is an indigenously developed launch vehicle rocket by which country? Very important। So Nuri है साउथ कोरिया ਦੀ launch vehicle या फिर ਜਿਹਨੂੰ ਆਪਾਂ launch rocket platform ਕਹਿੰਦੇ ਆ। Next is what is the name of India's first indigenously aircraft carrier। So India ਦਾ ਆਪਣਾ ਪਹਿਲਾ ਤਿਆਰ ਕੀਤਾ ਹੋਇਆ aircraft carrier ਕਿਹੜਾ ਹੈ? ਉਹ ਹੈ INS ਵਿਕਰਾਂਤ। Which high speed expandable एरियल टारगेट। सो पहला तुसी हीट दी फुल फॉर्म याद रख लो। सो इनू फ्लाइट टेस्ट किया सी DRDO ने इस
ਹਾਈ ਸਪੀਡ ਐਕਸਪੈਂਡੇਬਲ ਏਰੀਅਲ ਟਾਰਗੇਟ ਨੂੰ? ਇਹਦਾ ਨਾਮ ਕੀ ਹੈ? ਸੋ ਇਹਦਾ ਨਾਮ ਹੈ ਆਪਸ਼ਨ ਏ ਅਭਿਆਸ। ਇੰਡੀਅਨ ਆਰਮੀ ਟੀਮ ਨੇ 골ਡ ਮੈਡਲ ਜਿੱਤਿਆ ਐਟ 2021 ਕੈਂਬਰੀਅਨ ਪੈਟਰੋਲ ਐਕਸਰਸਾਈਜ਼। ਕਿਹੜੀ ਫੋਰਸ ਹੈ ਜਿਹੜੀ ਇੰਡੀਅਨ ਆਰਮੀ ਦੀ ਜਿਹਨੇ ਇਸ ਇਵੈਂਟ ਤੇ ਇੰਡੀਅਨ ਆਰਮੀ ਨੂੰ ਰਿਪਰੈਜ਼ੈਂਟ ਕੀਤਾ? ਸੋ ਉਹ ਸੀ 5ਵੀਂ ਗੋਰਖਾ ਰਾਈਫਲ ਫਰੰਟੀਅਰ ਫੋਰਸ, ਆਪਸ਼ਨ ਸੀ। very important for exam। नेक्स्ट इज एक्सरसाइज युद्ध अभ्यास 2021। ਇਹ 17ਵਾਂ ਐਡੀਸ਼ਨ ਹੈ ਜੁਆਇੰਟ ਮਿਲਟਰੀ ਟ੍ਰੇਨਿੰਗ ਐਕਸਰਸਾਈਜ਼ ਦਾ। ਇੰਡੀਅਨ ਆਰਮੀ ਨਾਲ ਦੂਜੀ ਹੋਰ ਕਿਹੜੀ ਕੰਟਰੀ ਦੀ ਆਰਮੀ ਇਹਦੇ ਵਿੱਚ ਪਾਰਟਿਸਿਪੇਟ ਕਰਦੀ ਹੈ? ਸੋ ਵੈਰੀ ਇੰਪੋਰਟੈਂਟ ਯੁੱਧ ਅਭਿਆਸ ਹੈ ਇੰਡੀਅਨ ਆਰਮੀ ਤੇ ਯੂਨਾਈਟਿਡ ਸਟੇਟਸ ਦੇ ਵਿਚਾਲੇ। ਜੁਆਇੰਟ ਸੀ 2021 ਨੇਵਲ ਐਕਸਰਸਾਈਜ਼, ਇਹ ਕਿਹੜੀਆਂ ਦੋ ਕੰਟਰੀਜ਼ ਦੀ ਜੁਆਇੰਟ ਨੇਵਲ ਡਰਿਲ ਹੈ? ਸੋ ਇਹ ਹੈ ਚਾਈਨਾ ਤੇ ਰਸ਼ੀਆ ਦੀ, ਆਪਸ਼ਨ ਏ। ਐਕਸਰਸਾਈਜ਼ ਮਾਲਾਬਾਰ ਇੰਡੀਅਨ ਆਰਮੀ ਦੀ ਕਿਹੜੀ ਫੋਰਸ ਨਾਲ ਰਿਲੇਟਡ ਹੈ? ਸੋ ਮਾਲਾਬਾਰ ਐਕਸਰਸਾਈਜ਼ ਰਿਲੇਟਡ ਹੈ ਇੰਡੀਅਨ ਨੇਵੀ ਦੇ। 2021 ਵਿੱਚ ਅਜੇ ਵਾਰੀਅਰ ਐਕਸਰਸਾਈਜ਼ ਦਾ 6ਵਾਂ ਐਡੀਸ਼ਨ ਹੋਇਆ ਕਿੱਥੇ? ਸੋ ਇਹ ਹੋਇਆ ਚੌਬਾਤੀਆ, ਆਪਸ਼ਨ ਸੀ। ਨੈਕਸਟ ਇਜ਼ ਜਾਈਮੈਕਸ 2021 will be held in which region? ਸੋ ਇਹ ਅਕਤੂਬਰ ਵਿੱਚ ਹੋਇਆ ਤੇ ਇਹ ਕਿੱਥੇ ਕਰਵਾਇਆ ਗਿਆ? ਅਰੇਬੀਅਨ ਸੀ। ਜਾਈਮੈਕਸ ਦੀ ਫੁੱਲ ਫਾਰਮ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਾਪਾਨ ਇੰਡੀਆ ਮੈਰੀਟਾਈਮ ਐਕਸਰਸਾਈਜ਼। ਸੋ ਇਹ ਤੁਸੀਂ ਯਾਦ ਰੱਖਣੀ ਹੈ ਫੁੱਲ ਫਾਰਮ, ਕਿਉਂਕਿ ਹੁਣ ਜਿਹੜੇ ਵੀ ਐਗਜ਼ਾਮਸ ਦਸੰਬਰ ਦੇ ਵਿੱਚ ਹੋਣਗੇ ਉਹਨਾਂ ਦੇ ਵਿੱਚ ਤੁਸੀਂ ਜਿਵੇਂ ਅਕਤੂਬਰ ਦਾ ਕਰੰਟ ਅਫੇਅਰ ਹੈ ਮਿਲਟਰੀ ਨਾਲ ਰਿਲੇਟਡ, ਨਵੰਬਰ ਦੇ ਹੋਣਗੇ ਜੋ ਵੀ ਐਕਸਰਸਾਈਜ਼ਸ, ਇਹ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨੀਆਂ। ਨੈਕਸਟ ਇਜ਼ ਸੂਰਿਆ ਕਿਰਨ ਇੰਡੀਆ ਦੇ ਨਾਲ ਦੂਜੀ ਕਿਹੜੀ ਕੰਟਰੀ ਹੈ ਜਿਹੜੀ ਇਸ ਜੁਆਇੰਟ ਮਿਲਟਰੀ ਐਕਸਰਸਾਈਜ਼ ਵਿੱਚ ਪਾਰਟਿਸਿਪੇਟ ਕਰਦੀ ਹੈ? ਵੈਰੀ ਇੰਪੋਰਟੈਂਟ ਕੁਐਸਚਨ, ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਸੋ ਇਹ ਹੈ ਨੇਪਾਲ। ਸੋ ਇੰਡੀਆ ਐਂਡ ਨੇਪਾਲ ਸੂਰਿਆ ਕਿਰਨ। ਸਮੁੰਦਰ ਸ਼ਕਤੀ ਇਹ ਇੰਡੀਆ ਦੇ ਨਾਲ ਹੋਰ ਕਿਹੜੀ ਕੰਟਰੀ ਹੈ ਜਿਹੜੀ ਇਹਦੇ ਵਿੱਚ ਪਾਰਟਿਸਿਪੇਟ ਕਰਦੀ ਹੈ ਇਸ ਬਾਇਲੇਟਰਲ ਐਕਸਰਸਾਈਜ਼? ਇੰਡੋਨੇਸ਼ੀਆ। India is participating in the 6th exercise Peaceful Mission 2021 of SCO, Shanghai Cooperation Organization member state। ਕਿਹੜੀ ਕੰਟਰੀ ਇਸ ਐਕਸਰਸਾਈਜ਼ ਨੂੰ ਹੋਸਟ ਕਰ ਰਹੀ ਹੈ? ਸੋ ਇਹਨੂੰ ਹੋਸਟ ਕਰ ਰਹੀ ਹੈ ਰਸ਼ੀਆ, ਆਪਸ਼ਨ ਏ। Simbex has the annual bilateral maritime exercise of India and Singapore। ਸੋ ਇੰਡੀਆ ਤੇ ਸਿੰਗਾਪੁਰ ਦੀ 2021 ਦੀ ਐਨੂਅਲ ਬਾਇਲੇਟਰਲ ਮੈਰੀਟਾਈਮ ਐਕਸਰਸਾਈਜ਼ ਕਰਵਾਈ ਗਈ ਹੈ। ਇਹਦਾ ਕਿੰਨਵਾਂ ਐਨੂਅਲ ਇਵੈਂਟ ਦਾ ਐਡੀਸ਼ਨ ਰਿਹਾ? ਸੋ ਇਹਦਾ 2021 ਵਿੱਚ ਜਿਹੜਾ ਲੇਟੈਸਟ ਐਡੀਸ਼ਨ ਸੀ ਉਹ ਸੀ 28ਵਾਂ, ਆਪਸ਼ਨ ਬੀ। ਸੋ ਸਿੰਬੈਕਸ ਵੀ ਕਾਫੀ ਵਾਰ ਐਗਜ਼ਾਮ ਵਿੱਚ ਆਉਂਦੀ ਹੈ, ਸੋ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ, ਸਿੰਗਾਪੁਰ ਐਂਡ ਇੰਡੀਆ। Which country is hosting the multi-nation military exercise named Japan 2021? ਸੋ ਇਹ ਹੈ ਰਸ਼ੀਆ ਦੀ, ਆਪਸ਼ਨ ਬੀ। ਜ਼ੈਰ ਅਲ ਬਾਰ ਇਹ ਨੇਵਲ ਐਕਸਰਸਾਈਜ਼ ਹੈ ਇੰਡੀਆ ਤੇ ਹੋਰ ਕਿਹੜੀ ਕੰਟਰੀ ਦੀ? ਵੈਰੀ ਇੰਪੋਰਟੈਂਟ। ਸੋ ਇਹ ਹੈ ਇੰਡੀਆ ਤੇ ਕਤਰ ਦੀ, ਆਪਸ਼ਨ ਏ। ਐਕਸਰਸਾਈਜ਼ ਕੋਂਕਣ 2021 ਇੰਡੀਅਨ ਨੇਵੀ ਦੇ ਨਾਲ ਹੋਰ ਕਿਹੜੀ ਕੰਟਰੀ ਹੋ ਜਿਹੜੀ ਇਸ ਪਾਰਟਿਸਿਪੇਟ ਕਰੂ? ਸੋ ਉਹ ਯੂਕੇ, ਯੂਨਾਈਟਿਡ ਕਿੰਗਡਮ, ਆਪਸ਼ਨ ਬੀ। India will be conducting the annual Malabar naval exercise with which other country? ਸੋ ਇੰਡੀਆ ਦੇ ਨਾਲ ਜਿਹੜੀਆਂ ਬਾਕੀ ਤਿੰਨ ਕੰਟਰੀਜ਼ ਪਾਰਟਿਸਿਪੇਟ ਕਰਦੀਆਂ ਨੇ ਮਾਲਾਬਾਰ ਨੇਵਲ ਐਕਸਰਸਾਈਜ਼, ਇਹ ਵੀ ਕੁਐਸਚਨ ਬਹੁਤ ਵਾਰੀ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ, ਉਹ ਨੇ USA, ਜਾਪਾਨ ਐਂਡ ਆਸਟ੍ਰੇਲੀਆ, ਆਪਸ਼ਨ ਡੀ। ਜ਼ਾਇਦ ਤਲਵਾਰ 2021 ਇੱਕ ਬਾਇਲੇਟਰਲ ਐਕਸਰਸਾਈਜ਼ ਹੈ ਇੰਡੀਆ ਦੀ ਹੋਰ ਕਿਹੜੀ ਕੰਟਰੀ ਨਾਲ? ਸੋ ਇੰਡੀਆ ਐਂਡ UAE, ਯੂਨਾਈਟਿਡ ਅਰਬ ਐਮੀਰੇਟਸ, ਆਪਸ਼ਨ ਬੀ। ਇਹਨਾਂ ਦੇ ਵਿੱਚੋਂ ਕਿਹੜਾ ਜੁਆਇੰਟ ਮਿਲਟਰੀ ਐਕਸਰਸਾਈਜ਼ ਹੈ ਇੰਡੀਆ ਤੇ ਰਸ਼ੀਆ ਦਾ? ਇੰਡੋ ਰਸ਼ੀਆ, ਉਹ ਹੈ ਇੰਦਰਾ, ਆਪਸ਼ਨ ਬੀ। ਵੈਰੀ ਇੰਪੋਰਟੈਂਟ। ਇੰਡੀਅਨ ਨੇਵੀ along with which navy participated in 2-day bilateral passage exercise? PASEX। ਸੋ PASEX ਹੁੰਦਾ ਹੈ ਇੰਡੀਅਨ ਨੇਵੀ ਤੇ ਯੂਕੇ ਦਾ, ਆਪਸ਼ਨ ਬੀ। Who has launched naval exercise Sea Breeze Drill? ਸੋ ਇਹ ਵੀ ਬਹੁਤ ਇੰਪੋਰਟੈਂਟ ਹੈ, ਕਾਫੀ ਨਿਊਜ਼ ਦੇ ਵਿੱਚ ਸੀਗੀ। ਬਲੈਕ ਸੀ ਦੇ ਵਿੱਚ ਕਰਵਾਈ ਗਈ ਯੂਨਾਈਟਿਡ ਸਟੇਟਸ ਦੇ ਨਾਲ, ਕਿਹਨੇ ਲਾਂਚ ਕੀਤੀ? ਸੋ ਸੀ ਬਰੀਜ਼ ਡਰਿਲ ਲਾਂਚ ਕੀਤੀ ਯੂਕਰੇਨ ਨੇ, ਆਪਸ਼ਨ ਏ। ਜੁਆਇੰਟ ਮਿਲਟਰੀ ਐਕਸਰਸਾਈਜ਼ ਮੁਸਤਫਾ ਕਮਲ ਐਟਾਟਰਕ 2021 ਕਿਹੜੀਆਂ ਕੰਟਰੀਜ਼ ਦੇ ਵਿਚਾਲੇ ਹੋਇਆ? ਸੋ ਇਹ ਮਿਲਟਰੀ ਐਕਸਰਸਾਈਜ਼ ਹੋਈ ਟਰਕੀ ਤੇ ਅਜ਼ਰਬਾਈਜਾਨ, ਆਪਸ਼ਨ ਬੀ। ਐਡਮਾਇਰਲ ਗੋਰਸ਼ਵਾਕ
ਇੱਕ ਸੋਵੀਅਤ 에ਅਰਕ੍ਰਾਫਟ ਕੈਰੀਅਰ ਸੀ ਜਿਹਨੂੰ ਇੰਡੀਆ ਵਿੱਚ ਇੰਪੋਰਟ ਕੀਤਾ ਗਿਆ ਸੀ। ਹੁਣ ਇਹਦਾ ਨਾਮ ਬਦਲ ਕੇ ਕੀ ਰੱਖਿਆ? ਸੋ ਇਹਦਾ ਨਾਮ ਹੈ INS Vikram Aditya, very important for all upcoming exam. Which of the following organization has Sarvatra Sarvottam Suraksha as its slogan? So ਇਹਨਾਂ ਦਾ ਇੱਕ slogan ਹੈ ਇਹ ਹੈ NSG ਦਾ National Security Guard। ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ 에ਅਰਕ੍ਰਾਫਟ ਹੈ ਜਿਹੜਾ 에ਅਰ ਟੂ 에ਅਰ ਰੀਫਿਊਲਰ ਹੈ ਇੰਡੀਅਨ 에ਅਰ ਫੋਰਸ ਦਾ? ਸੋ ਉਹ ਹੈ Ilyushin 78, option C. Which of the following is India's first indigenously developed nuclear powered submarine? So nuclear powered submarine है ਜਿਹੜੀ ਇੰਡੀਆ ਦੀ ਪਹਿਲੀ ਆਪਣੀ ਡਿਵੈਲਪ ਕੀਤੀ ਹੈ ਉਹ ਹੈ INS Arihant, very important. Next is ਜਿਹੜਾ ਤਾਜ ਹੋਟਲ ਮੁੰਬਈ ਦੇ ਵਿੱਚ ਇੱਕ ਟੈਰਰਿਸਟ ਅਟੈਕ ਹੋਇਆ ਸੀ 2008 ਵਿੱਚ, ਉਸ ਅਟੈਕ ਦੇ ਅਗੇਂਸਟ ਨੈਸ਼ਨਲ ਸਿਕਿਉਰਿਟੀ ਗਾਰਡ ਨੇ ਇੱਕ ਆਪਰੇਸ਼ਨ ਕੰਡਕਟ ਕੀਤਾ ਸੀ ਟੈਰਰਿਸਟ ਦੇ ਅਗੇਂਸਟ ਲੜਨ ਦੇ ਲਈ। ਉਸ ਆਪਰੇਸ਼ਨ ਦਾ ਨਾਮ ਕੀ ਸੀ? ਸੋ ਉਹਦਾ ਨਾਮ ਸੀ ਆਪਸ਼ਨ A, ਆਪਰੇਸ਼ਨ ਬਲੈਕ ਟੋਰਨੇਡੋ। ਨੈਕਸਟ ਇਜ਼ ਅਨਦਰ ਇੰਪੋਰਟੈਂਟ ਕੁਐਸਚਨ, ਨੇਵੀ ਡੇ ਕਿਸ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ? ਸੋ ਜਿਹੜੇ ਸਟੂਡੈਂਟਸ PSSB ਕਲਰਕ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਤੁਹਾਨੂੰ ਪਤਾ ਹੈ ਕਿ ਜਿਹੜਾ ਐਗਜ਼ਾਮ ਹੈ ਦਸੰਬਰ ਫਰਸਟ ਵੀਕ ਜਾਂ ਸੈਕੰਡ ਵਿੱਚ ਕੰਡਕਟ ਹੋਊਗਾ। ਸੋ ਉੱਥੇ ਬਹੁਤ ਜ਼ਿਆਦਾ ਹਾਈ ਚਾਂਸਿਸ ਹੈ ਕਿ ਤੁਹਾਨੂੰ ਨੇਵੀ ਡੇ ਬਾਰੇ ਪੁੱਛਿਆ ਜਾਵੇ। ਸੋ ਇਹ ਕੀਤਾ ਜਾਂਦਾ ਹੈ ਸੈਲੀਬ੍ਰੇਟ 4 ਦਸੰਬਰ ਨੂੰ, ਆਪਸ਼ਨ C। ਨੇਵੀ ਦੀਆਂ ਜਿਹੜੀਆਂ ਐਸਿਡਸ ਹੁੰਦੀਆਂ ਨੇ, ਕੋਈ ਇੰਪੋਰਟੈਂਟ ਪ੍ਰੋਪਰਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ, ਬਚਾਉਣ ਦੇ ਲਈ ਇੱਕ ਯੂਨਿਟ ਤਿਆਰ ਕੀਤਾ ਗਿਆ। ਉਸ ਯੂਨਿਟ ਦਾ ਨਾਮ ਕੀ ਹੈ? ਸੋ ਉਹ ਹੈ ਸਾਗਰ ਪ੍ਰਹਾਰੀ ਬਲ। ਧਨੁਸ਼ ਅ ਮਿਸਾਈਲ ਇੰਡਕਟਡ ਇਨਟੂ ਇੰਡੀਅਨ ਨੇਵੀ। ਸੋ ਇਹ ਮਿਸਾਈਲ ਇੰਡੀਅਨ ਨੇਵੀ ਦੇ ਵਿੱਚ ਲਿਆਂਦੀ ਗਈ। ਇਹ ਕਿਸ ਤਰ੍ਹਾਂ ਦੀ ਮਿਸਾਈਲ ਹੈ? ਸੋ ਇੱਕ ਕਸਟਮਾਈਜ਼ ਤੇ ਨੇਵਲ ਵੇਰੀਐਂਟ ਹੈ ਪ੍ਰਿਥਵੀ ਮਿਸਾਈਲ ਦਾ। ਮਤਲਬ ਕਿ ਜਿਹੜੀ ਆਪਾਂ ਪਿੱਛੇ 에ਅਰ ਵਾਲੀ ਪ੍ਰਿਥਵੀ ਮਿਸਾਈਲ ਪੜ੍ਹ ਕੇ ਹਟੇ ਹਾਂ, ਉਹਦਾ ਹੀ ਇੱਕ ਉਹਨਾਂ ਨੇ ਅਲੱਗ ਤਰ੍ਹਾਂ ਦਾ ਵਰਜ਼ਨ ਤਿਆਰ ਕਰਤਾ, ਸਪੈਸ਼ਲੀ ਜਿਹੜਾ ਕਿਹਦੇ ਕੰਮ ਆਵੇ? ਇੰਡੀਅਨ ਨੇਵੀ ਦੇ। ਨੈਕਸਟ ਇਜ਼ ਆਰਮ ਫੋਰਸਿਸ ਨੂੰ ਇੰਪੋਰਟੈਂਟ ਚੀਜ਼ਾਂ ਮੁਹੱਈਆ ਕਰਵਾਉਣ ਦੇ ਲਈ, ਸਪਲਾਈ ਕਰਵਾਉਣ ਦੇ ਲਈ ਪ੍ਰੋਵੀਜ਼ਨਸ ਦੀ ਇੱਕ ਬਹੁਤ ਵੈਲ ਨੋਨ 에ਅਰ ਸਟ੍ਰਿਪ ਹੈ ਦੌਲਤ ਬੇਗ ਓਲਡੀ। ਇਹ ਕਿੱਥੇ ਲੋਕੇਟਡ ਹੈ? ਸੋ ਇਹ ਹੈ ਆਪਸ਼ਨ A, ਲਦਾਖ ਵਿੱਚ। ਤੇ ਅੱਜ ਦਾ ਆਪਣਾ ਲਾਸਟ ਇੰਪੋਰਟੈਂਟ ਕੁਐਸਚਨ ਹੈ, which of the following was the chief of army at the time of Indo-Pak War of 1971? ਸੋ ਜਦੋਂ ਇਹ ਲੜਾਈ ਹੋਈ ਭਾਰਤ ਪਾਕਿਸਤਾਨ ਦੀ 1971 ਦੀ, ਉਸ ਸਮੇਂ ਆਰਮੀ ਦੇ ਚੀਫ ਕੌਣ ਸੀ? ਸੋ ਉਹ ਸੀ ਆਪਸ਼ਨ B, very important name, ਫੀਲਡ ਮਾਰਸ਼ਲ SHFJ Manekshaw। ਸੋ ਇਹ ਸੀ ਅੱਜ ਦਾ ਆਪਣਾ ਇੰਪੋਰਟੈਂਟ ਲੈਕਚਰ। ਆਪਾਂ ਹੋਰ ਇਸ ਤਰ੍ਹਾਂ ਦੇ ਇੰਪੋਰਟੈਂਟ ਕੁਐਸਚਨਸ ਨੈਕਸਟ ਲੈਕਚਰਸ ਦੇ ਅੰਦਰ ਕਵਰ ਕਰਾਂਗੇ। So this was all about today's video. I hope you liked the content. Please do subscribe to my channel. Thank you and good luck.